ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ। हाँ जी सत श्री अकाल अर्श, बहुत मेहरबानी सारे ਸਰੋਤਿਆਂ ਨੂੰ ਜੀ ਆਣ ਦੀ। ਜੌਲ ਸਾਹਿਬ ਆਓ ਫਿਰ ਗੱਲਾਂ ਬਾਤਾਂ ਕਰੀਏ ਕੁਝ ਖਬਰਾਂ ਦੇ ਬਾਰੇ। ਐਂਡ ਬਹੁਤ ਖੁਸ਼ੀ ਦੀ ਖਬਰ ਇਹ ਹੈ ਕਿ ਜੋ ਸਿੱਖਾਂ ਦੀ ਜੋ ਇੱਕ ਪਾਬੰਦੀ ਲੱਗੀ ਸੀ ਕਿਰਪਾਨਾਂ ਨੂੰ ਲੈ ਕੇ ਡੋਮੈਸਟਿਕ ਫਲਾਈਟਾਂ ਦੇ ਵਿੱਚ ਇੰਡੀਆ ਦੇ ਵਿੱਚ, ਉਹ ਹੁਣ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਜਿਹੜੇ ਸਿੱਖਸ ਨੇ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ ਨੇ ਉਹ ਹੁਣ ਆਪਣੀਆਂ ਕਿਰਪਾਨਾਂ ਪਾ ਕੇ ਡੋਮੈਸਟਿਕ ਫਲਾਈਟਾਂ ਦੇ ਵਿੱਚ ਚੜ੍ਹ ਸਕਦੇ ਨੇ। ਬਿਲਕੁਲ ਅਰਸ਼, ਵੈਸੇ ਕੈਨੇਡਾ ਦੇ ਵਿੱਚ ਇਹ ਪਰਮਿਸ਼ਨ ਜਿਹੜੀ ਫੈਡਰਲ ਗਵਰਨਮੈਂਟ ਨੇ ਪਹਿਲਾਂ ਹੀ ਗ੍ਰਾਂਟ ਕੀਤੀ ਹੋਈ ਆ ਤੇ ਇੱਥੋਂ ਤੱਕ ਵੀ ਜਾਣੀ ਜਿਹੜੀਆਂ ਕੈਨੇਡਾ ਤੋਂ ਇੰਟਰਨੈਸ਼ਨਲ ਫਲਾਈਟਸ ਵੀ ਜਾਂਦੀਆਂ ਏਅਰ ਕੈਨੇਡਾ ਦੀਆਂ ਵੀ ਜੇ ਉਹ ਪਰਮਿਟ ਕਰਨ ਜਾਂ ਜਿਹੜਾ ਕੰਟਰੀ ਆਫ ਡੈਸਟੀਨੇਸ਼ਨ ਆ ਵੀ ਉਹ ਪਰਮਿਟ ਕਰਨ ਤੇ ਇਸ ਤਰ੍ਹਾਂ ਜਿਹੜੀ ਵੀ ਇੱਥੋਂ ਵੀ ਜਿਹੜੇ ਕਿਰਪਾਨ ਪਾ ਕੇ ਸਫ਼ਰ ਜਿਹੜਾ ਉਹ ਕੀਤਾ ਜਾ ਸਕਦਾ ਵਿਦਨ ਕੈਨੇਡਾ ਤੇ ਫੋਰ ਸ਼ੋਰ ਜੀ। ਤੇ ਹੁਣ ਲੇਕਿਨ ਕਿ ਭਾਰਤ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਮਸਲਾ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ ਕਿ ਇੰਪਲੋਈਜ਼ ਨੂੰ ਏਅਰਪੋਰਟਸ ਤੇ ਦਿੱਕਤਾਂ ਪੇਸ਼ ਆ ਰਹੀਆਂ ਸੀਗੀਆਂ ਜਿਹੜੇ ਕਿ ਮਤਲਬ ਆਪਣਾ ਕਿਰਪਾਨਧਾਰੀ ਸੀਗੇ, ਸ੍ਰੀ ਸਾਹਿਬ ਪਹਿਨਿਆ ਹੋਇਆ ਸੀਗਾ ਤੇ ਹੁਣ ਉਹਦੇ ਤੇ ਥੋੜੇ ਜਿਹਾ ਤੇਜ਼ੀ ਨਾਲ ਅੱਜ ਕਾਰਵਾਈ ਹੋਈ ਲੱਗਦੀ ਆ ਤੇ ਭਾਰਤ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਉੱਥੇ ਬਕਾਇਦਾ ਤੌਰ ਤੇ ਅਲਾਓ ਕਰ ਦਿੱਤਾ ਜੀ ਵੀ ਜਿਹੜੇ ਸਿੱਖ ਟਰੈਵਲਰਸ ਹੈਗੇ ਆ ਵੀ ਜਾਣੀ ਅੰਮ੍ਰਿਤਧਾਰੀ ਸਿੰਘ ਹੈ ਜੀ ਵੀ ਉਹਨਾਂ ਦੀ ਜਿਹੜੀ ਸ੍ਰੀ ਸਾਹਿਬ ਆ ਵੀ ਉਹ ਅਲਾਓ ਕੀਤੀ ਜਾਊਗੀ ਤੇ ਸ੍ਰੀ ਸਾਹਿਬ ਜਿਹੜੀ ਅੱਜ ਵੀ ਉਹ ਜਾਣੀ ਆਮ ਤੌਰ ਤੇ ਜੋ ਉਹਦਾ ਸਟੈਂਡਰਡ ਸਾਈਜ਼ ਆ ਵੀ 6 ਇੰਚ ਦੀ ਜਿਹੜੀ ਉਹ ਕਿਰਪਾਨ ਇਟਸੈਲਫ ਜਿਹਨੂੰ ਆਪਾਂ ਬਲੇਡ ਕਹਿ ਸਕਦੇ ਹਾਂ ਹਨਾ ਜੀ। ਹੁਣ ਪਤਾ ਨਹੀਂ ਇਹ ਲਫ਼ਜ਼ ਛੁਰੀ ਵਰਤਣਾ ਚਾਹੀਦਾ ਵੀ ਜਾਣੀ ਕਿ ਸਮਝਾਉਣ ਲਈ ਕਹਿ ਰਹੇ ਹਾਂ ਕਿ ਜਿਹੜਾ ਉਹ ਜਿੰਨਾ ਹਿੱਸਾ ਬਲੇਡ ਹੈ ਚਾਕੂ ਆ ਜਾਂ ਛੁਰੀ ਆ ਵੀ ਉਹ 6 ਇੰਚ ਤੋਂ ਵੱਡੀ ਨਹੀਂ ਹੋਣੀ ਚਾਹੀਦੀ ਤੇ ਹੈਂਡਲ ਪਾ ਕੇ ਜਾਣੀ ਕੁੱਲ ਮਿਲਾ ਕੇ ਇਹਦਾ ਸਾਈਜ਼ ਆ ਜਿਹੜਾ ਉਹ 9 ਇੰਚ ਤੋਂ ਨਹੀਂ ਵਧਣਾ ਚਾਹੀਦਾ। 3 ਇੰਚ ਦਾ ਮੈਕਸੀਮਮ ਜਾਣੀ ਕਿ ਹੈਂਡਲ ਹੋ ਸਕਦਾ। ਸੋ ਉਹ ਜਿਹੜੀ ਆਮ ਸ੍ਰੀ ਸਾਹਿਬ ਦੇ ਸਾਈਜ਼ ਦੀ ਜਾਣੀ ਕਿਰਪਾਨ ਆ, ਵੱਡੀ ਕਿਰਪਾਨ ਨਹੀਂ, ਛੋਟੀ ਕਿਰਪਾਨ ਜਿਹੜੀ ਆ ਵੀ ਉਹ ਅੰਮ੍ਰਿਤਧਾਰੀ ਸਿੰਘ ਜਿਹੜੇ ਪਹਿਨ ਕੇ ਆਪਣਾ ਭਾਰਤ ਦੇ ਵਿੱਚ ਜਿਹੜੀਆਂ ਲੋਕਲ ਕਹਿ ਲਓ ਡੋਮੈਸਟਿਕ ਕਹਿ ਲਓ ਫਲਾਈਟਸ ਦੇ ਵਿੱਚ ਸਫ਼ਰ ਵੀ ਕਰ ਸਕਦੇ ਆ ਹੁਣ ਤੇ ਇਹਦੇ ਨਾਲ ਹੀ ਜਿਹੜੇ ਇੰਪਲੋਈਜ਼ ਆ ਏਅਰਪੋਰਟਸ ਤੇ ਵੀ ਉਹ ਵੀ ਆਪਣਾ ਜਿਹੜਾ ਸ੍ਰੀ ਸਾਹਿਬ ਪਹਿਨ ਕੇ ਆਪਣੇ ਕੰਮਾਂ ਤੇ ਜਾ ਸਕਣਗੇ। ਸੋ ਇਹ ਭਾਰਤ ਦੇ ਵਿੱਚ ਕਹਿ ਲਓ ਕਿ ਅੱਜ ਦੂਸਰੇ ਪਾਸੇ ਨਾਨਕਸ਼ਾਹੀ ਨਵਾਂ ਸਾਲ ਵੀ ਅੱਜ ਤਰੀਕੇ ਚੜ੍ਹਿਆ ਉਹ ਚੇਤ ਦੀ ਸੰਗਰਾਂਦ ਹੈ, ਉਸ ਦੀਆਂ ਵੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਉਸ ਮੌਕੇ ਤੇ ਗੁੱਡ ਨਿਊਜ਼ ਆਈ ਹੈ ਜੀ। ਜੌਲ ਸਾਹਿਬ ਕੋਵਿਡ ਤੋਂ ਬਾਅਦ ਜਾਂ ਕੋਵਿਡ ਦੇ ਵਿੱਚ ਕਾਫੀ ਲੋਕਾਂ ਨੇ ਰਿਜ਼ਾਈਨਸ ਵੀ ਕੀਤੇ ਐਂਡ ਕਾਫੀ ਲੋਕਾਂ ਨੇ ਵਰਕ ਫਰੋਮ ਹੋਮ ਵੀ ਕੰਮ ਕੀਤਾ, ਪਰੰਤੂ ਹੁਣ ਬੈਕ ਟੂ ਨੋਰਮਲ 21 ਤਰੀਕ ਤੋਂ ਬਾਅਦ ਮਾਸਕਸ ਵੀ ਹਟ ਰਹੇ ਨੇ ਐਂਡ ਕੁਝ ਰਿਸਟ੍ਰਿਕਸ਼ਨਸ ਹੋਰ ਵੀ ਉਤਰ ਰਹੀਆਂ ਨੇ। ਡਿਮਾਂਡ ਕਾਫੀ ਵੱਧ ਚੁੱਕੀ ਹੈ ਜੀ ਫੋਰਨਰ ਵਰਕਰਸ ਲਈ ਕੈਨੇਡਾ ਦੇ ਵਿੱਚ। ਬਿਲਕੁਲ ਅਰਸ਼, ਜਿਉਂ ਹੀ ਪਈ ਜਾਣੀ ਇਹ ਕੋਵਿਡ ਆਇਆ ਸੀ ਸਭ ਕੁਝ ਬੰਦ ਹੋਇਆ ਤੇ ਉਸ ਤੋਂ ਬਾਅਦ ਜਦੋਂ ਰੀਓਪਨਿੰਗ ਜਾਣੀ ਹੋਣੀ ਸ਼ੁਰੂ ਹੋਈ ਤੇ ਫਿਰ ਜਦੋਂ ਬਿਜ਼ਨਸ ਖੁੱਲ੍ਹਦੇ ਸੀਗੇ ਪਰ ਲੋਕਾਂ ਨੂੰ ਜਿਹੜਾ ਵੀ ਜਾਣੀ ਕੰਮ ਕਰਕੇ ਜਿੰਨਾ ਕਮਾਉਣਾ ਸੀ ਉਹ ਤੋਂ ਬੈਠਿਆਂ ਜੇ ਘਰੇ ਹੀ 2-2000 ਜਾਣੀ ਵੱਧ ਮਿਲੀ ਜਾਵੇ ਆਪਣੀ ਮੰਥਲੀ ਕੰਮ ਖਾ ਤੋਂ ਤਾਂ ਕਿੰਨੇ ਜਾਣਾ ਸੀਗਾ ਕੰਮ ਤੇ। ਸੋ ਇਸ ਕਰਕੇ ਉਹ ਜਿਹੜੇ ਹਲਵੇ ਮੰਡੇ ਹੁਣ ਚਲੋ ਚੱਲਦੇ ਸੀਗੇ, ਗਵਰਨਮੈਂਟ ਨੇ ਉਹ ਬੰਦ ਕੀਤੇ ਹੋਏ ਆ, ਉਹਦੇ ਲਿਹਾਜ਼ ਨਾਲ ਵਰਕਰ ਵੀ ਦੁਬਾਰਾ ਹੁਣ ਕੰਮਾਂ ਤੇ ਮੁੜੇ ਵੀ ਆ ਤੇ ਜਿਹੜੇ ਨਹੀਂ ਸੀ ਮੁੜਦੇ ਜਾਂ ਮੁੜਦੀਆਂ ਜਾਣੀ ਉਹਨਾਂ ਨੂੰ ਵੀ ਹੁਣ ਮਜਬੂਰ ਹੋਣਾ ਪਿਆ ਵੀ ਜਾ ਹੀ ਰਹੇ ਹੋਣਗੇ ਜਾਂ ਭਾਲ ਕੀਤੀ ਜਾ ਰਹੀ ਹੋਊਗੀ। ਪਰ ਇਹਦੇ ਨਾਲ ਹੀ ਵੀ ਜਾਣੀ 9 ਲੱਖ ਦੇ ਕਰੀਬ ਇਹੋ ਜਿਹੀਆਂ ਪੋਜੀਸ਼ਨਸ ਆ ਵੀ ਕੈਨੇਡਾ ਦੇ ਵਿੱਚ ਜਿਹੜੀਆਂ ਜੋਬਸ ਓਪਨਿੰਗ ਹੈਗੀਆਂ ਵੀ ਉਹ ਫਿਲ ਨਹੀਂ ਹੋ ਪਾ ਰਹੀਆਂ ਤੇ ਆਪਾਂ ਦੇਖਿਆ ਵੀ ਸੀਗਾ ਵੀ ਪਿਛਲੇ ਮਹੀਨੇ ਦਾ ਵੀ ਜਿਹੜਾ ਡਾਟਾ ਆਇਆ ਸੀ ਕਾਫੀ ਵੱਡੀ ਤਾਦਾਦ ਦੇ ਵਿੱਚ ਨਵੀਆਂ ਜਿਹੜੀਆਂ ਜੋਬਸ ਆ ਉਹ ਕ੍ਰੀਏਟ ਕੈਨੇਡਾ 'ਚ ਹੋਈਆਂ ਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਵੀ ਜਾਣੀ ਡਾਊਨ ਗਿਆ ਤੇ ਹੁਣ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਫੋਰਨ ਵਰਕਰਸ ਆ ਵੀ ਇਨਕਰੀਜ਼ਿੰਗ ਨੰਬਰਸ ਦੇ ਵਿੱਚ ਜਿਹੜੇ ਕੈਨੇਡੀਅਨ ਜਾਣੀ ਬਿਜ਼ਨਸਿਸ ਆ ਉਹ ਉਹਨਾਂ ਨੂੰ ਹਾਇਰ ਕਰ ਰਹੇ ਆ ਤੇ ਇਹ ਜਿਹੜੀ ਮਤਲਬ ਗਿਣਤੀ ਪਿਛਲੇ 1 ਸਾਲ ਵੀ ਜੇ ਇੱਥੇ ਫਰਜ਼ ਕਰੋ 100 ਜੋਬਸ ਹੈਗੀਆਂ ਉਹਦੇ ਵਿੱਚ 3 ਫੋਰਨ ਵਰਕਰਸ ਜਿਹੜੇ ਅੱਜ ਵੀ ਉਹ ਹਾਇਰ ਕੀਤੇ ਗਏ ਹੁੰਦੇ ਸੀਗੇ ਤੇ ਹੁਣ ਉਹ 5 ਤੱਕ ਗੱਲ ਪਹੁੰਚ ਚੁੱਕੀ ਆ। ਸੋ ਕੁੱਲ ਮਿਲਾ ਕੇ ਜਾਣੀ ਸਾਡੀ ਵਰਕਫੋਰਸ ਦੇ ਵਿੱਚ 5% ਜਿਹੜਾ ਜੀ ਵੀ ਇਹ ਫੋਰਨ ਵਰਕਰਸ ਡਿਪੈਂਡ ਕਰਦਾ ਵੀ ਹੁਣ ਕਿਹੜੇ ਪ੍ਰੋਫੈਸ਼ਨ ਦੀ ਆਪਾਂ ਗੱਲ ਕਰੀਏ। ਬਹੁਤ ਸਾਰੇ ਲੇਕਿਨ ਕਿ ਐਗਰੀਕਲਚਰ ਦੇ ਵਿੱਚ ਇਹੋ ਜਿਹੇ ਕੰਮ ਹੈ ਵੀ ਜਿਹਦੇ ਵਿੱਚ ਇੱਕ ਵੀ ਇੱਥੇ ਕੈਨੇਡੀਅਨ ਬੋਰਨ ਵਰਕਰ ਨਹੀਂ ਹੁੰਦਾ। ਸੋ ਸਾਰੇ ਜਿਹੜੇ ਆ ਫੋਰਨ ਵਰਕਰ ਜੀ ਉਹਦੇ ਵਿੱਚ ਹੁੰਦੇ ਆ। ਇਸ ਦੇ ਨਾਲ ਹੀ ਫਿਰ ਸਰਵਿਸ ਸੈਕਟਰ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ ਖਾਸ ਤੌਰ ਤੇ ਉਹਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਫੋਰਨ ਵਰਕਰਸ ਹੁੰਦੇ ਆ। ਇੱਦਾਂ ਹੀ ਟਰੱਕਿੰਗ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ ਜਾਣੀ ਡਰਾਈਵਰਸ ਆ ਉਹ ਬਾਹਰਲੇ ਮੁਲਕਾਂ ਤੋਂ ਵੀ ਵਰਕ ਪਰਮਿਟ ਤੇ ਵੀ ਇੱਥੇ ਐਂਟਰ ਹੁੰਦੇ ਨੇ ਤੇ ਇਹ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਹੁਣ ਸਮਝਿਆ ਜਾ ਰਿਹਾ ਵੀ
ਕਾਫੀ ਵੱਡੀ ਤਾਦਾਦ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰੋਫੈਸ਼ਨ ਜੋ ਸਾਹਮਣੇ ਆ ਰਹੇ ਆ, ਜਿਹਦੇ ਵਿੱਚ ਕਿ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਫੋਰਨ ਵਰਕਰਸ ਆ ਵੀ ਉਹ ਭਾਵੇਂ ਜਿਹੜਾ ਪ੍ਰੋਫੈਸ਼ਨ ਆ ਜਾਣੀ ਕਿ ਉਹ LMIA ਐਗਜ਼ੈਂਪਟ ਹੋਵੇ, ਵੀ LMIA ਦੀ ਲੋੜ ਨਾ ਹੋਵੇ, ਉਹ ਆਮ ਤੌਰ ਤੇ LMIA ਐਗਜ਼ੈਂਪਟ ਜਿਹੜਾ ਜੀ ਵੀ ਭਾਰਤ ਤੋਂ ਜਾਂ ਉੱਥੋਂ ਏਸ਼ੀਆ ਤੋਂ ਜਾਂ ਵੀ ਬਹੁਤ ਸਾਰੇ ਇਹੋ ਜਿਹੇ ਕੰਟਰੀ ਜਿਨ੍ਹਾਂ ਦੇ ਨਾਲ ਕੈਨੇਡਾ ਦਾ ਕੋਈ ਐਗਰੀਮੈਂਟ ਨਹੀਂ ਹੈਗਾ, ਉੱਥੋਂ ਤਾਂ ਨਹੀਂ ਹੁੰਦਾ। ਉੱਥੋਂ ਜੇ ਕੋਈ ਵਰਕਰ ਲੈਣਾ ਫਰਜ਼ ਕਰੋ ਵੀ ਉਹਨਾਂ ਲਈ LMIA ਚਾਹੀਦੀ ਹੁੰਦੀ ਹੈ, ਤੇ ਅਦਰਵਾਈਜ਼ ਵੀ ਜਾਣੀ ਜਿਹੜਾ ਵੀ ਇਹ LMIA ਆ ਇਹਦਾ ਜਿਹੜਾ ਕਲਚਰ ਪਿੱਛੇ ਚੱਲਿਆ ਸੀਗਾ ਕਾਫੀ ਬੇਈਮਾਨੀਆਂ ਵਾਲਾ, ਜਾਣੀ ਉਹਦੇ ਵਿੱਚ ਹੁਣ ਥੋੜੀ ਜਿਹੀ ਅੱਗੇ ਨਾਲੋਂ ਨੱਥ ਪਈ ਆ ਵੱਡੀ ਤਾਦਾਦ ਵਿੱਚ ਲੋਕ ਜਦੋਂ LMIA ਤੋਂ ਬਿਨਾਂ ਵੀ ਪੱਕੇ ਹੋਏ ਆ, ਇਹਦੀ ਡਿਮਾਂਡ ਕਾਫੀ ਘਟੀ ਹੈ। ਤੇ ਹੁਣ ਇਹ ਵੇਚਣ ਵਾਲੇ ਤੇ ਵੇਚਣ ਵਾਲੀਆਂ ਨੂੰ ਵੀ ਥੋੜੇ ਜਿਹੇ ਦੰਦ ਅੱਗੇ ਨੇ ਮੁਕਾਬਲੇ ਪਹਿਲਾਂ ਨਾਲੋਂ ਕਾਫੀ ਖੱਟੇ ਆ, ਤੇ ਦੰਦ ਖੱਟੇ ਅਜੇ ਹੋਰ ਜਾਣੇ ਹੋਰ ਜਾਣੀ ਕਿ ਹੋਣ ਜਾ ਰਹੇ ਆ, ਜਦੋਂ ਕਿ 2-3 ਮਹੀਨਿਆਂ 'ਚ ਇਹ ਨਵਾਂ ਜਿਹੜਾ ਗਜ਼ਟ ਨੰਬਰ 2 ਦੇ ਵਿੱਚ ਰੈਗੂਲੇਸ਼ਨਸ ਪਬਲਿਸ਼ ਹੋ ਜਾਣੀਆਂ ਤੇ ਕਾਨੂੰਨ ਜਿਹੜਾ ਜੀ ਉਹ ਚੇਂਜ ਹੋ ਕੇ ਹੋਣ ਦੇ ਵਿੱਚ ਆ ਜਾਣਾ। ਸੋ ਪਹਿਲਾਂ ਦੇ ਮੁਕਾਬਲੇ ਵੈਸੇ ਇਹ LMIA ਵੇਚਣ ਵਾਲੀ ਗੱਲ ਹੈ, ਜੋਬ ਲੈਟਰ ਜਿਹੜੀ ਵੇਚਣ ਵਾਲੀ ਗੱਲ ਸੀਗੀ ਜਾਣੀ ਕਿ ਬਹੁਤ ਧੜੱਲੇ ਨਾਲ ਖੁੱਲ੍ਹੇਆਮ ਜਾਣੀ ਚੱਲ ਰਹੀ ਸੀ, ਉਹਦੇ ਵਿੱਚ ਹੁਣ ਥੋੜਾ ਜਿਹਾ ਜਾਣੀ ਕਿ ਪਹਿਲਾਂ ਦੇ ਮੁਕਾਬਲੇ ਸ਼ਰਮੋ ਸ਼ਰਮੀ ਸੰਗ ਕੀਤੀ ਤਾਂ ਜਾ ਰਹੀ ਆ, ਤੇ ਇਹਦੇ ਨਾਲ ਹੀ ਕਾਨੂੰਨ ਜਾਂ ਜਿਹੜੀ ਇਨਫੋਰਸਮੈਂਟ ਵੀ ਵਧੀ ਹੋਈ ਆ। ਇਹਦੇ ਨਾਲ ਜਾਣੀ ਆਡਿਟਸ ਵੀ ਬਹੁਤ ਸਾਰੀਆਂ ਫਰਮਾਂ ਦੇ ਜਿਹੜੇ ਹੋਣ ਬਾਰੇ ਪਤਾ ਲੱਗ ਰਿਹਾ, ਤੇ ਪਹਿਲਾਂ ਦੇ ਮੁਕਾਬਲੇ ਇਹਦੇ ਵਿੱਚ ਰੰਗਲਾ ਪੰਜਾਬ ਦਾ ਵੱਡਾ ਯੋਗਦਾਨ ਆ ਤੁਹਾਡਾ, ਹਨਾ ਜੀ, ਕਿਉਂਕਿ ਕਮਿਊਨਿਟੀ ਬਹੁਤ ਜਾਗਰੂਕ ਅਵੇਅਰ ਕਰਨ ਦੇ ਵਿੱਚ ਆਪਾਂ ਨੂੰ ਮਦਦ ਮਿਲੀ ਆ ਜੀ। ਹੁਣ ਕਮਿਊਨਿਟੀ ਨੂੰ ਪਤਾ ਲੱਗ ਗਿਆ ਵੀ ਆਪਾਂ ਸਿਰਫ ਗੱਲਾਂ ਹੀ ਨਹੀਂ ਕਰਨੀਆਂ, ਤੇ ਆਪਾਂ ਬੀਇੰਗ ਰੈਜ਼ੀਡੈਂਟ, ਬੀਇੰਗ ਕਹਿ ਲਓ ਵੀ ਆਮ ਟੈਕਸ ਪੇਅਰ ਅਸੀਂ ਵੱਧ ਕਰ ਸਕਦੇ ਹਾਂ, ਵੱਧ ਕਰ ਸਕਦੇ ਹਾਂ ਵੀ ਉਹ ਸਿਸਟਮ ਵਰਕਿੰਗ ਹੈਗਾ ਜਿਹਦੇ ਨਾਲ ਸਾਨੂੰ ਸਹਿਯੋਗ ਕਰਨਾ ਸਾਡਾ ਫਰਜ਼ ਬਣਦਾ। ਸਾਡਾ ਫਰਜ਼ ਕੰਮ ਜਾਣੀ ਇੰਨਾ ਹੀ ਨਹੀਂ ਹੈਗਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਠ ਕੇ ਅਸੀਂ ਸਰਕਾਰਾਂ ਦੇ ਨੁਕਸ ਕੱਢੀ ਜਾਈਏ। ਇੱਥੇ ਫਰਜ਼ ਜਾਣੀ ਨੰਬਰ 1 ਮੁਲਕਾਂ ਦੇ ਵਿੱਚ ਇਹ ਹੁੰਦਾ ਰੈਜ਼ੀਡੈਂਟ ਸਭ ਜੇ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਕੰਨਾਂ ਦੇ ਨਾਲ ਕੁਝ ਦੇਖ ਸੁਣ ਰਹੇ ਤੇ ਰਹੀਆਂ ਆ ਵੀ ਆਹ ਗਲਤ ਹੋ ਰਿਹਾ, ਉਹਦਾ ਥੋੜਾ ਜਿਹਾ ਆਪਣੇ ਲੈਵਲ ਤੇ ਇਨ ਡੈਪਥ ਜਾਣ। ਤੇ ਕਈ ਤਰ੍ਹਾਂ ਦੇ ਇੱਥੇ ਸਿਸਟਮ ਗਵਰਨਮੈਂਟ ਨੇ ਐਸਟੈਬਲਿਸ਼ ਕੀਤੇ ਹੋਏ ਆ ਵਰਕਿੰਗ ਆ ਜਿਹੜੇ ਪ੍ਰੋਪਰਲੀ ਫੁੱਲੀ ਵਰਕ ਕਰਦੇ ਆ, ਉੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਕਲੂ ਦਿਓ, ਕੋਈ ਤੁਹਾਡਾ ਨਾਂ ਨਹੀਂ ਪੁੱਛਣਾ, ਕੋਈ ਤੁਹਾਡਾ ਐਡਰੈਸ ਨਹੀਂ ਪੁੱਛਣਾ, ਬਾਕੀ ਕੰਮ ਉਹਨਾਂ ਨੇ ਆਪੇ ਹੀ ਕਰ ਲੈਣਾ। ਇਹ ਕੰਮ ਹੁਣ ਸੰਗਤਾਂ ਜਦੋਂ ਦੀਆਂ ਕਰ ਰਹੀਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਉਹਨਾਂ ਦਾ ਇਹ ਕੰਮ ਇਨਕਰੇਜਿੰਗ ਲੈਵਲਸ ਆਫ ਨੰਬਰਸ ਦੇ ਵਿੱਚ ਕਰਨ ਕਰਕੇ ਭੈਣ ਭਰਾਓ ਤੁਹਾਡਾ ਕੈਨੇਡਾ ਹੁਣ ਅੱਗੇ ਨਾਲੋਂ ਬਚਣ ਵੀ ਲੱਗ ਪਿਆ। ਰਾਈਟ, ਅੱਗੇ ਨਾਲੋਂ ਇਨਫੋਰਸਮੈਂਟ ਵੱਧ ਗਈ ਆ, ਤੇ ਬੇਈਮਾਨਾਂ ਤੇ ਬੇਈਮਾਨਣਾ ਦੇ ਦੰਦ ਖੱਟੇ ਹੋ ਰਹੇ ਆ। ਸਿਉਂਕ ਤੇ ਘੁਣ ਹਜੇ ਜੇ ਘਟਾਉਣ ਵਿੱਚ ਮਦਦ ਨਾ ਮਿਲੀ ਹੋਊਗੀ ਤਾਂ ਠੱਲਿਆ ਜ਼ਰੂਰ ਜਾ ਰਿਹਾ। ਇਹ ਜਿਹੜਾ ਦਿਨ ਰਾਤ ਜਾਣੀ ਕਿ ਸ਼ਹਿਰਾਂ ਤੋਂ ਪਿੰਡਾਂ ਤੱਕ ਫੈਲ ਰਿਹਾ ਸਿਉਂਕ ਤੇ ਘੁਣ ਸੀ ਬੇਈਮਾਨੀਆਂ ਚੋਰ ਬਾਜ਼ਾਰੀਆਂ ਦਾ, ਵੀ ਜੇ ਉਹ ਜਾਣੀ ਅੱਗੇ ਨਾਲੋਂ ਹਜੇ ਘਟਿਆ ਨਹੀਂ ਤੇ ਠੱਲਿਆ ਜ਼ਰੂਰ ਗਿਆ, ਨਹੀਂ ਤੇ ਬੇਰੋ ਕੇ ਵੱਧ ਰਿਹਾ ਸੀਗਾ ਜੀ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਕਿ ਭੈਣ ਭਰਾ ਉਦੋਂ ਤੋਂ ਹੁਣ ਜੁੜੇ ਹੋਏ ਨੇ। ਹਾਂਜੀ, ਕੋਈ ਗੱਲਬਾਤ ਪਤਾ ਲੱਗੇ ਹੁਣ ਇਹ ਹੋ ਗਿਆ ਵੀ ਜਿਹੜੇ ਪ੍ਰੋਫੈਸ਼ਨ 'ਚ ਫਲਾਨੇ ਨੇ ਐਂ ਕਰਤਾ, ਫਲਾਨੀ ਨੇ ਐਂ ਕਰ ਦਿੱਤਾ, ਇਹ ਗੱਲਾਂ ਬੰਦ ਕਰੋ। ਫਲਾਨੀ ਨੇ ਜਿਹਦਾ ਲਾਇਸੈਂਸ ਆ ਉਹਦੇ ਕੋਲ ਜਿਹੜੀ ਰੈਗੂਲੇਟਰੀ ਬੋਡੀ ਦਾ ਉੱਥੇ ਪਹੁੰਚ ਕਰੋ ਜੀ। ਜੇ ਲਾਇਸੈਂਸਧਾਰੀ ਨੂੰ ਨਹੀਂ ਭੱਲ ਭੱਜ ਰਹੀ ਤੇ ਫਿਰ ਉਹਦੇ ਕੋਲ ਲਾਇਸੈਂਸ ਨਹੀਂ ਰਹਿਣਾ ਚਾਹੀਦਾ। ਲਾਇਸੈਂਸ ਹੈਗਾ ਪ੍ਰੋਫੈਸ਼ਨ ਦੀ ਪ੍ਰੋਟੈਕਸ਼ਨ ਵਾਸਤੇ, ਲਾਇਸੈਂਸ ਹੈਗਾ ਪਬਲਿਕ ਦੀ ਪ੍ਰੋਟੈਕਸ਼ਨ ਵਾਸਤੇ ਜੀ। ਤੇ ਪਰ ਜੇ ਲਾਇਸੈਂਸ ਹੀ ਆ, ਜਿਹਦੇ ਕੋਲ ਲਾਇਸੈਂਸ ਆ, ਉਹਨੇ ਉਹ ਲਾਇਸੈਂਸ ਦੇ ਨਾਲ ਲੋਕਾਂ ਨੂੰ, ਪਬਲਿਕ ਨੂੰ ਚਰੂੰਡਣ, ਕੈਨੇਡਾ ਨੂੰ ਚਰੂੰਡਣ, ਆਪਣਾ ਘਰ ਭਰਨ ਦਾ ਰਾਹ ਬਣਾ ਲਿਆ, ਤੇ ਫਿਰ ਲਾਇਸੈਂਸ ਉਹਦੇ ਕੋਲ ਨਹੀਂ ਹੋਣਾ ਚਾਹੀਦਾ, ਕਿਉਂਕਿ ਲਾਇਸੈਂਸ ਦਾ ਪਰਪਜ਼ ਇਹ ਨਹੀਂ ਹੈਗਾ। ਉਹਨੂੰ ਕੋਰਸਾਂ ਵਿੱਚ ਤੇ ਪਤਾ ਵੀ ਇਹ ਪਰਪਜ਼ ਨਹੀਂ ਆ, ਪਰ ਮਨ ਮਰਜ਼ੀਆਂ ਜਿਹੜੀਆਂ ਉਹਦੇ ਨਾਲ ਫਿਰ ਇਹ ਆ ਜੀ ਵੀ ਇਹ ਜਿਹੜਾ ਇਹ ਕੈਨੇਡਾ ਨੂੰ ਚਰੂੰਡਣ ਦਾ ਕੰਮ ਹੈ। ਆਪਾਂ ਸਿਉਂਕ ਘਿਉਣ ਬਣਨ ਇੱਥੇ ਆਏ ਨਹੀਂ ਸੀ, ਜਿਹਦੇ ਕਰਕੇ ਹੁਣ ਕਾਫੀ ਠੱਲਿਆ ਗਿਆ ਅੱਗੇ ਨਾਲ ਜੀ। ਸੋ ਇਹਦੇ ਵਿੱਚ ਬਹੁਤ ਹੀ ਭੈਣ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਹਾਡਾ ਦੇਸ਼ ਹੈ ਹੁਣ, ਇਹ ਜੀਣਾ ਮਰਨਾ ਹੁਣ ਇੱਥੇ ਹੀ ਆ। ਜਿੱਦਣ ਮਰ ਕੇ ਜਾਣਾ, ਸਾਡੇ ਮਰਨ ਤੋਂ ਬਾਅਦ ਸਾਨੂੰ ਲਾਹਨਤਾਂ ਨਾ ਪੈਣ ਤੁਸੀਂ ਕਰਕੇ ਕੀ ਗਏ ਸੀ, ਤੁਸੀਂ ਉੱਦਾਂ ਦਾ ਵੀ ਨਾ ਛੱਡ ਕੇ ਜਾ ਸਕੇ ਜਿੱਦਾਂ ਦਾ ਤੁਹਾਨੂੰ ਉੱਥੇ ਬਹੁਤ ਚੰਗਾ ਲੱਗਦਾ ਸੀਗਾ। ਸੋ ਇਸ ਕਰਕੇ ਇਹ ਹੈ ਜੀ ਕਿ ਇਹ LMI ਆਪਣੇ ਆਪ ਦੇ ਵਿੱਚ ਇਸ਼ੂ ਕਰਨਾ ਜਾਂ ਇਹ ਲੈ ਕੇ ਮਤਲਬ ਵਰਕ ਪਰਮਿਟ ਅਪਲਾਈ ਕਰਨਾ ਵਰਕਰ ਵਾਸਤੇ ਇਹ ਅਪਰਾਧ ਨਹੀਂ ਹੈਗਾ। ਇਹ ਤਾਂ ਇੱਕ ਬਹੁਤ ਵਧੀਆ ਫੈਸਿਲਿਟੀ ਹੈ ਵਰਕਰ ਵਾਸਤੇ ਵੀ, ਤੇ ਵਰਕਰ ਵਾਸਤੇ ਆਪਰਚੁਨਿਟੀ ਆ, ਇੰਪਲੋਇਰ ਵਾਸਤੇ ਫੈਸਿਲਿਟੀ ਆ ਵੀ ਉਹਨੇ ਆਪਣਾ ਕਾਰੋਬਾਰ ਚੱਲਦਾ ਰੱਖਣਾ, ਤੇ ਉਹ ਜਿੱਥੋਂ ਵਰਕਰ ਨਹੀਂ ਮਿਲਦਾ ਤੇ ਆਪਣਾ ਜਿੱਥੋਂ ਮਿਲਦਾ ਉੱਥੋਂ ਹਾਇਰ ਕਰਕੇ ਜੀ ਕੰਮ ਚਲਾ ਸਕਣ। ਪਰ ਇਹ ਜਾਣੀ ਕਿ ਇੱਦਾਂ ਵਿੱਚ ਲੁੱਟਮਾਰ ਕਰਨ ਵਾਸਤੇ ਨਹੀਂ ਹੈਗਾ। ਸੋ ਵਰਕਰਾਂ ਦੀ, ਲੋੜਵੰਦਾਂ ਦੀ ਲੁੱਟਮਾਰ ਦਾ ਵਿਰੋਧ ਹੈ ਨਾ, ਜਿਹਦੇ ਕਰਕੇ ਵੀ ਆਪਾਂ ਪਿਛਲੇ ਸਮੇਂ ਤੋਂ ਸਟਰਗਲ ਕੀਤੀ ਹੈ। ਸੋ ਇਹ ਵਰਕਰ ਜਿਹੜੇ ਇਹ ਮਤਲਬ ਬਹੁਤ ਸਾਰੇ ਫੋਰਨ ਵਰਕਰ ਦੀ ਜਿਹੜੀ ਡਿਮਾਂਡ ਵਧੀ ਹੋਈ ਆ ਨਾ, ਉਹ ਇਸ ਕਰਕੇ ਅੱਜ ਵੀ ਬਹੁਤ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਆਪਾਂ ਕਈ ਵਾਰੀ ਸ਼ਿਕਾਇਤ ਕਰਦੇ ਹਾਂ ਵੀ ਬਾਹਰੋਂ ਬਹੁਤ ਵਰਕਰ ਲੈਂਦੇ ਜੀ, ਇਮੀਗ੍ਰੈਂਟ ਬਹੁਤ ਲੈਂਦੇ ਜੀ, ਸਾਡੇ ਬੱਚਿਆਂ ਨੂੰ ਜੋਬਾਂ ਨਹੀਂ ਮਿਲਦੀਆਂ ਜੀ।
ਇਹਦੇ 'ਚ ਇੰਨਾ ਹੀ ਸਵਾਲ ਆ ਵੀ ਜਿਹੜਾ ਫੋਰਨ ਵਰਕਰ ਨੇ ਕੰਮ ਕਰਨਾ ਭਰਾਵੋ ਭੈਣੋ, ਉਹ ਤੁਹਾਡੇ ਬੱਚਿਆਂ ਨੇ ਕਰਨਾ ਨਹੀਂ, ਕੈਨੇਡੀਅਨ ਬੋਰਨ ਨੇ। ਹੈ ਕਿੰਨੇ ਆ ਉਹ ਬੱਚੇ ਜਿਹੜੇ ਕਰਦੇ ਆ ਜਾਂ ਕਰਦੀਆਂ ਆ? ਸੋ ਇਸ ਕਰਕੇ ਕੈਨੇਡੀਅਨ ਬੋਰਨ ਬੱਚੇ ਜਾਂ ਉੱਥੇ ਯੂਰਪ ਦੇ ਵਿੱਚ ਵੀ, ਇੱਥੇ ਅਮਰੀਕਾ US ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ ਇਮੀਗ੍ਰਾਂਟਸ ਨੂੰ, ਵਰਕਰਸ ਨੂੰ ਫੋਰਨ ਕੰਟਰੀਜ਼ ਦੇ ਨੂੰ ਦੇਖ ਕੇ ਕਈ ਵਾਰੀ ਡਰਿਆ ਤੇ ਜਾਂਦਾ। ਇਹਦੇ ਤੇ ਪੋਲੀਟਿਕਸ ਵੀ ਕੀਤੀ ਜਾਂਦੀ ਹੈ ਕਈ ਵਾਰੀ ਪੋਲੀਟੀਕਲ ਪਾਰਟੀਜ਼ ਦੇ ਵੱਲੋਂ। ਫੋਰਨ ਤੋਂ ਬਹੁਤ ਲੋਕ ਆ ਗਏ ਜੀ, ਪਰ ਜਿਹੜੇ ਕੰਮ ਫੋਰਨਰਸ ਵਿਚਾਰੇ ਕਰਦੇ ਆ ਕੇ ਇੱਥੇ, ਉਹ ਇੱਥੋਂ ਦੇ ਬੋਰਨ ਲੋਕ ਕਰਦੇ ਕਿੱਥੇ ਆ? ਸੋ ਤਦ ਕਰਕੇ ਉਹਨਾਂ ਦਾ ਇੰਨਾ ਪ੍ਰੈਸ਼ਰ ਜਿਹੜਾ ਸਾਡੇ ਤੇ ਨਹੀਂ ਪੈਂਦਾ, ਸਗੋਂ ਕਿ ਉਹਨਾਂ ਦਾ ਕੰਟਰੀਬਿਊਸ਼ਨ ਹੁੰਦਾ ਜੀ। ਸੋ ਦੈਟਸ ਆਪਾਂ ਨੂੰ ਪੋਜ਼ਿਟਿਵਲੀ ਸਗੋਂ ਦੇਖਣਾ ਚਾਹੀਦਾ। ਫੋਰਨ ਵਰਕਰਸ ਦਾ ਥੈਂਕ ਯੂ ਕਰਨਾ ਚਾਹੀਦਾ ਵੀ ਆ ਕੇ ਸਾਡੇ ਮੁਲਕ 'ਚ ਕੰਟਰੀਬਿਊਟ ਕਰ ਰਹੇ ਆ, ਆਪਣੇ ਆਪ ਨੂੰ ਮਿਹਨਤ ਨਾਲ ਐਸਟੈਬਲਿਸ਼ ਕਰ ਰਹੇ ਆ, ਤੇ LMIA ਦੀ ਲੁੱਟ ਮਾਰ ਕਰਨ ਵਾਲੇ ਸਾਡੇ ਹੀ ਲੋਕ ਆ ਜਿਹੜੇ ਉਹਨਾਂ ਨੂੰ ਲੁੱਟ ਰਹੇ, ਸਾਡਿਆਂ ਹੀ ਲੋਕਾਂ ਨੂੰ, ਹਨਾ, ਉਹਨਾਂ ਦੇ ਘਰ ਵੀ ਭਰ ਰਹੇ ਆ, ਉਹਨਾਂ ਦੇ ਕੋਠੀਆਂ ਮਹਿਲ ਵੀ ਵੱਡੇ ਕਰ ਰਹੇ ਆ। ਇਹ ਫੋਰਨ ਵਰਕਰਸ ਦਾ ਕੰਟਰੀਬਿਊਸ਼ਨ ਆ, ਕਿਉਂਕਿ ਉਹਨਾਂ ਨੂੰ ਤੇ ਜਦੋਂ ਕੋਈ ਰਾਹ ਹੀ ਨਹੀਂ ਛੱਡਣਾ ਲੁੱਟ ਮਾਰ ਕਰਨ ਵਾਲੇ ਤੇ ਕਰਨ ਵਾਲੀਆਂ ਨੇ, ਹਨਾ, ਉਹਨਾਂ ਨੂੰ ਤੇ ਫਿਰ ਸਭ ਕੁਝ ਉਹ ਕਰਨਾ ਪੈਂਦਾ ਨਾ, ਕਿਉਂਕਿ ਉਹਨਾਂ ਦਾ ਵੀ ਦਿਲ ਕਰਦਾ ਇੱਥੇ ਰਹਿਣ ਦਾ ਕਰਦਾ ਤਾਂ। ਸੋ ਤਦ ਕਰਕੇ ਇਹ ਹੈ ਜੀ ਕਿ ਉਹਨਾਂ ਦੀ ਲੁੱਟ ਮਾਰ ਨਾ ਕਰੀਏ, ਉਹਨਾਂ ਦਾ ਸਹਿਯੋਗ ਕਰੀਏ, ਫੋਰਨ ਵਰਕਰਸ ਦਾ ਥੈਂਕ ਯੂ ਕਰੀਏ ਕਿ ਤੁਸੀਂ ਆਏ ਹੋ। ਜੌਲ ਸਾਹਿਬ ਆਓ ਫਿਰ ਗੱਲਾਂ ਬਾਤਾਂ ਕਰੀਏ ਜੀ, ਥੋੜੀ ਜਿਹੀ ਪੋਲੀਟੀਕਲ ਐਂਡ ਇਲੈਕਸ਼ਨਸ ਵੀ ਨੇੜੇ ਆ ਰਹੇ ਨੇ, ਤੇ ਸਾਡਾ ਭਾਊ ਪੈਟਰਿਕ ਬਰਾਊਨ ਬਰੈਂਪਟਨ ਦਾ ਮੇਅਰ ਸਾਰੇ ਜਾਣਦੇ ਹੀ ਆ, ਹੁਣ ਕੰਜ਼ਰਵੇਟਿਵ ਪਾਰਟੀ ਦੇ ਕਹਿ ਲਓ ਕਿ ਲੀਡਰਾਂ ਦੇ ਵਿੱਚੋਂ ਰੇਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਜੀ। ਤੁਹਾਡੇ ਕੀ ਵਿਚਾਰ ਨੇ ਇਸ ਦੇ ਵਿੱਚ? ਨਹੀਂ, ਸਾਡੇ ਤਾਂ ਵਿਚਾਰ ਚਲੋ ਪੋਲੀਟੀਕਲੀ ਉਹਨਾਂ ਦੀਆਂ ਜਿਹੜੀਆਂ ਐਂਬੀਸ਼ਨਸ ਹੈਗੀਆਂ, ਯੰਗ ਹੈ ਪੈਟਰਿਕ ਬਰਾਊਨ, ਵੀ ਉਹ ਐਂਬੀਸ਼ਨਸ ਉਹਨਾਂ ਨੂੰ ਐਕਸਪਲੋਰ ਕਰਨ ਦਾ ਪੂਰਾ ਹੱਕ ਹੈ ਜੀ। ਪਰ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਆਲੋਚਕ ਆ ਤੇ ਪ੍ਰਸ਼ੰਸਕ ਆ, ਉਹ ਆਪੋ ਆਪਣੇ ਤਰੀਕੇ ਨਾਲ ਹੁਣ ਪ੍ਰਸ਼ੰਸਕ ਕਹਿ ਰਹੇ ਜੀ ਉਹ ਤਾਂ ਬਹੁਤ ਵਧੀਆ ਮੇਅਰ ਹੈਗੇ ਆ, ਬਹੁਤ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ, ਕਿਉਂਕਿ ਜੇ ਲੀਡਰ ਬਣ ਜਾਂਦੇ ਤੇ ਪ੍ਰਧਾਨ ਮੰਤਰੀ ਵੀ ਹੋ ਸਕਦੇ ਆ ਜੇ ਪਾਰਟੀ ਜਿੱਤ ਗਈ ਤਾਂ। ਹੁਣ ਜਿਹੜੇ ਆਲੋਚਕ ਆ ਪਰ ਕਹਿੰਦੇ ਵੀ ਬਰੈਂਪਟਨ ਨੇ ਇਹਨਾਂ ਨੂੰ ਉਦੋਂ ਠੁੰਮਣਾ ਦਿੱਤਾ ਜਦੋਂ ਇਹ ਪੂਰੀ ਤਰ੍ਹਾਂ ਐਨ ਅਰਸ਼ ਤੋਂ ਫਰਸ਼ ਤੇ ਆ ਗਏ। ਬਿਲਕੁਲ ਦੇ ਵਿੱਚ, ਹਨਾ ਜੀ, ਅਰਸ਼ ਤੋਂ ਜਦੋਂ ਫਰਸ਼ ਤੇ ਆ ਗਏ ਸੀ, ਬਰੈਂਪਟਨ ਨੇ ਫੇਰ ਚੁੱਕ ਕੇ ਇਹਨਾਂ ਨੂੰ ਅਰਸ਼ ਤੇ ਪਹੁੰਚਾਇਆ। ਪਰ ਹੁਣ ਟਰਮ ਪੂਰੀ ਵੀ ਨਹੀਂ ਕੀਤੀ ਤੇ ਵਿੱਚ ਹੀ ਛੱਡ ਕੇ ਭੱਜਣ ਵਾਲੀ ਗੱਲ ਹੈ, ਹਨਾ। ਜੀ ਵੈਸੇ ਮਾਮੂਲੀ ਜਿਹਾ ਚਲੋ ਇਹਨਾਂ ਨੇ ਕੋਈ ਪ੍ਰੋਪਰਟੀ ਟੈਕਸ ਨਹੀਂ ਵਧਾਇਆ, ਉਹਦਾ ਢੋਲ ਬਹੁਤ ਪਿੱਟਿਆ, ਪਰ ਜਿਹੜਾ ਪੂਰਾ ਐਨ ਭਰਮਾ ਸਰਚਾਰਜ ਪਾਣੀ ਤੇ ਠੁਕਿਆ ਲੋਕਾਂ ਦੇ, ਬਿੱਲ ਚੁੱਕ ਕੇ ਦੇਖ ਲਓ ਪਿਛਲੇ 3 ਸਾਲਾਂ ਦਾ ਤੇ ਅੱਜ ਦਾ ਬਿੱਲ ਕੰਪੇਅਰ ਪਾਣੀ ਦਾ ਕਰ ਲਓ, ਤੁਹਾਨੂੰ ਪਤਾ ਲੱਗ ਜਾਊ। ਉਹ ਬਰੈਂਪਟਨ ਸਿਟੀ ਨੇ ਸਰਚਾਰਜ ਠੋਕਿਆ, ਨਾ ਕਿ ਪੀਲ ਰੀਜਨ ਨੇ। ਬਰੈਂਪਟਨ ਮੇਅਰ ਨੇ ਖੁਦ ਉਹਦੇ ਹੱਕ ਵਿੱਚ ਵੋਟ ਪਾਈ ਆ, ਹਨਾ। ਸੋ ਕੁੱਲ ਮਿਲਾ ਕੇ ਲੇਕਿਨ ਕਿ ਵੀ ਉਹਨਾਂ ਦੇ ਪ੍ਰਸ਼ੰਸਕ ਕਹਿ ਰਹੇ ਇਹ ਬਹੁਤ ਵਧੀਆ ਗੱਲ ਹੈ, ਆਲੋਚਕ ਕਹਿ ਰਹੇ ਆ ਵੀ ਜਾਣੀ ਬਰੈਂਪਟਨ ਨੂੰ ਜਿਸ ਥਾਂ ਤੇ ਜਾਣੀ ਵੀ ਇਹ ਅੱਜ ਛੱਡ ਕੇ ਵਿੱਚੇ ਹੀ ਭੱਜ ਰਹੇ ਆ, ਤੇ ਸਿਟੀ ਕੌਂਸਲ ਆ ਜਿਹੜੀ ਉਹ ਧੜਿਆਂ ਦੇ ਵਿੱਚ ਵੰਡੀ ਹੋਈ ਆ। ਇਹ ਕੌਂਸਲਰ ਆਪਣੀ ਮਰਜ਼ੀ ਦੇ ਨਾਲ ਜੀ ਵੀ ਇਸ ਵੇਲੇ ਉਹ ਜਿਹੜਾ CAO ਸੀਗਾ ਉਹਨੂੰ ਫਾਇਰ ਕਰ ਚੁੱਕੇ, ਇੰਟੈਗ੍ਰਿਟੀ ਕਮਿਸ਼ਨਰ ਨੂੰ ਫਾਇਰ ਕਰ ਚੁੱਕੇ। ਉਹ ਕਹਿ ਰਹੇ ਆ ਜੀ ਵੀ ਸਿਟੀ ਹਾਲ ਦੇ ਵਿੱਚ ਜਿਹੜਾ ਵਿਗੜਿਆ ਤਿਗੜਿਆ ਸਾਰਾ ਸਿਸਟਮ ਆ, ਐਡਮਿਨਿਸਟ੍ਰੇਸ਼ਨ ਆ, ਉਹਨੂੰ ਅਸੀਂ ਠੀਕ ਕਰ ਰਹੇ ਹਾਂ। ਮੇਅਰ ਸਾਹਿਬ ਉਹਦੇ ਉੱਤੇ ਚੁੱਪ ਹੈ, ਉਹਨਾਂ ਦੇ ਗਰੁੱਪ ਦੇ ਜਿਹੜੇ ਕੌਂਸਲਰ ਵੀ ਉਹਦੇ ਤੇ ਚੁੱਪ ਹੈ, ਤੇ ਮੇਅਰ ਸਾਹਿਬ ਦਾ ਧਿਆਨ ਜਿਹੜਾ ਉਹ ਬਰੈਂਪਟਨ ਵੱਲੋਂ ਹਟ ਕੇ ਜਾਣੀ ਇਸ ਵੇਲੇ ਆਪਣੀ ਜਿਹੜੀ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਦੇ ਉੱਤੇ ਪੂਰਾ ਜਿਹੜਾ ਫੁੱਲ ਲੱਗਾ ਹੋਇਆ। ਉੱਧਰ ਉਹਨਾਂ ਨੇ ਜਿਹੜੇ ਸਾਰੇ ਆਪਣੇ ਰਿਸੋਰਸਿਸ ਆ ਉਹ ਡਾਈਵਰਟ ਕੀਤੇ ਲੱਗਦੇ ਆ, ਪਰ ਅਜੇ ਵੀ ਜਾਣੀ ਉਹਨਾਂ ਦੀ ਟਰਮ ਜਿਹੜੀ ਬਰੈਂਪਟਨ ਦੇ ਮੇਅਰ ਵਜੋਂ ਚੱਲ ਰਹੀ ਆ। ਅਜੇ ਵੀ ਉਹਨਾਂ ਦੀ ਸਟਾਫ ਦੀ ਤਨਖਾਹ ਤੇ ਜਿਹੜੇ ਬੈਨੀਫਿਟ ਆ ਉਹ ਬਰੈਂਪਟਨ ਦਾ ਟੈਕਸ ਪੇਅਰ ਪੇ ਕਰ ਰਿਹਾ ਜੀ। ਅਜੇ ਵੀ ਮੇਅਰ ਦੀ ਜਿਹੜੀ ਤਨਖਾਹ ਬੈਨੀਫਿਟ ਸਾਰੇ ਉਹ ਬਰੈਂਪਟਨ ਦਾ ਟੈਕਸ ਪੇਅਰ ਪੇ ਕਰ ਰਿਹਾ, ਹਨਾ। ਤੇ ਹੁਣ ਇੰਟੈਗ੍ਰਿਟੀ ਕਮਿਸ਼ਨਰ ਜੇ ਫਾਇਰ ਕੀਤਾ ਵੀਕਐਂਡ ਤੇ ਸਿਟੀ ਕੌਂਸਲ ਦੇ ਇੱਕ ਧੜੇ ਨੇ, ਹਨਾ, ਤੇ ਮੇਅਰ ਅਜੇ ਤੱਕ ਉੱਤੇ ਬੋਲੇ ਨਹੀਂ ਹੈ। ਸੋ ਇਸ ਤਰ੍ਹਾਂ ਦੇ ਵੱਡੇ ਇਸ਼ੂਜ਼ ਤੇ ਲੱਗ ਰਿਹਾ ਵੀ ਉਹ ਆਪਣੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸ਼ਿਪ ਦੀ ਰੇਸ ਦੇ ਵਿੱਚ ਪੈ ਕੇ ਬਰੈਂਪਟਨ ਨੂੰ ਕਿਤੇ ਭੁੱਲ ਭੁਲਾ ਗਏ ਆ। ਆਲੋਚਕ ਇਸ ਤੋਂ ਕਾਫੀ ਪਰੇਸ਼ਾਨ ਨੇ। ਲੋ ਜੀ, ਦੇਖਦੇ ਆ ਕਿ ਕੀ ਹੁੰਦਾ ਹੈ ਉਸ ਤੋਂ ਬਾਅਦ। ਜੇ ਤਾਂ ਇਹ ਇਲੈਕਟ ਹੋ ਜਾਂਦੇ ਨੇ ਤੇ ਬਰੈਂਪਟਨ ਦੀ ਫਿਰ ਮੇਅਰ ਦੀ ਵੀ ਚੋਣਾਂ ਹੋਣਗੀਆਂ ਫਿਰ ਜੌਲ ਸਾਹਿਬ? ਨਹੀਂ, ਇਸ ਵੇਲੇ ਜਿਹੜੀ ਮਿਊਨਿਸਪਲ ਇਲੈਕਸ਼ਨ ਤਾਂ ontario 'ਚ ਵੈਸੇ ਹੀ ਹੋ ਰਹੀ ਹੈ ਨਾ ਜੀ, ਇਸ ਸਾਲ ਅਕਤੂਬਰ ਦੇ ਵਿੱਚ ਇਲੈਕਸ਼ਨ ਹੁਣ ਪ੍ਰੋਵਿੰਸ਼ੀਅਲ ਹੋ ਰਹੀ ਆ। ਉਹ ਤੋਂ ਪਹਿਲਾਂ ਆਪਾਂ ਕਿਹਾ ਹੋਇਆ ਵੀ ਪਤਾ ਹੀ ਆ ਵੈਸੇ ਭੈਣ ਭਰਾਵਾਂ ਨੂੰ 5 ਮਈ ਤੋਂ ਵਿਧਾਨ ਸਭਾ ਭੰਗ ਹੋ ਕੇ ਜਿਹੜੀ ਕੰਪੇਨ ਸ਼ੁਰੂ ਹੋ ਜਾਣੀ ਹੈ ਜੀ।
2 ਜੂਨ ਨੂੰ ਉਹ ਇਲੈਕਸ਼ਨ ਸਮਾਪਤ ਹੋਣੀ ਹੈ ਤੇ ਨਾਲ ਹੀ ਫਿਰ ਮਿਊਨਿਸਪਲ ਇਲੈਕਸ਼ਨ ਸ਼ੁਰੂ ਹੋ ਜਾਣੀ ਹੈ ਓਨਟਾਰੀਓ ਦੇ ਵਿੱਚ, ਸਾਰੀਆਂ ਓਨਟਾਰੀਓ ਦੀਆਂ ਇਨਕਲੂਡਿੰਗ ਬਰੈਂਪਟਨ, ਹਨਾ। ਉਦੋਂ ਤੱਕ ਤਾਂ ਟਰਮ ਪਰ ਜਾਣੀ ਰਹਿਣੀ ਆ, ਸਾਰੇ ਜਿਹੜੇ ਇਲੈਕਟਡ ਸਿਟੀ ਕੌਂਸਲਰ ਆ, ਰੀਜਨਲ ਕੌਂਸਲਰ ਆ, ਮੇਅਰ ਉਹੀ ਰਹਿਣਗੇ, ਹਨਾ। ਉਦੋਂ ਤੱਕ ਜਾਣੀ ਕਿ ਵੀ ਇਹਨਾਂ ਨੂੰ ਬੈਨੀਫਿਟ ਤੇ ਜਿਹੜੀਆਂ ਤਨਖਾਹਾਂ ਆ ਉਹ ਬਰੈਂਪਟਨ ਦੇ ਟੈਕਸ ਪੇਅਰ ਨੇ ਪੇ ਕਰਨੀਆਂ ਆ ਜੀ। ਪਰ ਜੇ ਹੁਣ ਕੋਈ ਕੰਮ ਹੀ ਨਹੀਂ ਕਰ ਰਿਹਾ ਤੇ ਉਹ ਅਗਲੀ ਇਲੈਕਸ਼ਨ ਵਾਸਤੇ ਕੰਪੇਨ ਕਰਨ ਦੇ ਵਿੱਚ ਜੁਟ ਗਏ ਨੇ, ਹਨਾ। ਸੋ ਤਦ ਕਰਕੇ ਥੋੜਾ ਜਿਹਾ ਜਾਣੀ ਕਿ ਇਸ ਪੱਖੋਂ ਕ੍ਰਿਟਿਸਿਜ਼ਮ ਹੈਗਾ ਵੀ ਇੱਕ ਫਰਸ਼ ਤੇ ਡਿੱਗੇ ਹੋਏ ਵਿਅਕਤੀ ਨੂੰ ਸਿਟੀ ਦੇ ਵੋਟਰਾਂ ਨੇ ਅਰਸ਼ ਤੇ ਪਹੁੰਚਾਇਆ, ਅੱਧ ਵਿਚਾਲੇ ਜਾਣ ਕੇ ਛੱਡ ਕੇ ਹੋਰ ਅਰਸ਼ ਦੀ ਕੋਈ ਨਵੀਂ ਬੁਲੰਦੀ ਛੂਹਣ ਵਾਲੇ ਪਾਸੇ ਨੂੰ ਚੱਲ ਪਏ ਨੇ। ਪਰ ਜਾਣੀ ਬਰੈਂਪਟਨ ਨੂੰ ਜਾਣੀ ਕਿ ਉਹਨਾਂ ਨੇ ਆਪਣੇ ਇੰਟਰਸਟ ਦੇ ਵਾਸਤੇ ਜਿਹੜਾ ਇਸ ਵੇਲੇ ਇਗਨੋਰ ਕੀਤਾ ਹੋਇਆ, ਅਜਿਹਾ ਕਿਹਾ ਜਾ ਰਿਹਾ। 9058131320 ਆਓ ਉਸ ਗੱਲ ਦੀ ਆਪਾਂ ਵੱਲ ਤੁਰੀਏ ਜਿਸ ਨੂੰ ਪਰਸੋਂ ਸਾਨੂੰ ਖਬਰ ਆਈ ਸੀ, ਬਹੁਤ ਦੁੱਖਨਾਕ ਖਬਰ। ਜੌਲ ਸਾਹਿਬ, 5 ਆਪਣੇ ਇੰਡੀਅਨ ਸਟੂਡੈਂਟਸ ਕਹਿ ਲਓ ਜੀ, ਮੁੰਡੇ ਨੌਜਵਾਨ, ਕੱਲ੍ਹ ਖਬਰ ਵੀ ਸਾਂਝੀ ਕੀਤੀ ਸੀ, ਉਮਰ ਪ੍ਰਾਈਮ ਤੇ ਸਾਰੇ ਦੇ ਸਾਰੇ ਹਾਈਵੇ 401 ਦੇ ਵਿੱਚ ਇੱਕ ਕੋਲਿਜਨ ਦੇ ਵਿੱਚ ਮਾਰੇ ਗਏ। ਅਰਸ਼, ਇਹ ਜਾਣ ਦੀ ਉਮਰ ਤਾਂ ਨਹੀਂ ਹੈ ਹੁੰਦੀ, ਹਨਾ, ਪਰ ਇਹ ਖਬਰਾਂ ਆਉਣੋਂ ਨਹੀਂ ਹਟਦੀਆਂ ਇਸ ਉਮਰ ਦੇ ਵਿੱਚ। ਜਿਹੜੇ ਸਾਡੇ ਨੌਜਵਾਨ ਲੜਕੇ ਲੜਕੀਆਂ ਇੱਥੇ ਮਿਹਨਤ ਕਰਨ, ਐਸਟੈਬਲਿਸ਼ ਕਰਨ, ਪਰਿਵਾਰਾਂ ਦੇ ਵੱਲੋਂ ਮਿਹਨਤਾਂ ਦੇ ਨਾਲ ਭੇਜੇ ਜਾ ਰਹੇ ਆ ਜੀ। ਪਰ ਇਹ ਜੋ ਉਸੇ ਕੜੀ ਦੇ ਵਿੱਚ ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ, ਐਕਸੀਡੈਂਟ ਹੋ ਗਿਆ ਜੀ, ਜਾਂ ਕਿਤੇ ਜਾ ਕੇ ਜਾਣੀ ਖੁਦਕੁਸ਼ੀ ਕਰ ਲਈ, ਅਨੇਕ ਪ੍ਰਕਾਰ ਦੀਆਂ ਜਾਣੀ ਦੁਖਦਾਈ ਖਬਰਾਂ, ਉਹਦੇ ਵਿੱਚ ਹੁਣ ਇਹ ਹੈ ਜੀ ਵੀ ਇਹ ਇੱਕ ਤਾਂ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਮੋਹਿਤ ਚੌਹਾਨ, ਇਹਨਾਂ ਦੀਆਂ ਜਿਹੜੀਆਂ ਨਾਂ ਰਿਲੀਜ਼ ਕੀਤੇ ਆ, ਪਰ ਜ਼ਖਮੀ ਹੋਣ ਵਾਲਿਆਂ ਚ ਜਾਣੀ 2 ਨੇ। ਇੱਕ ਲੜਕੀ ਵੀ ਦੱਸੀ ਜਾ ਰਹੀ ਹੈ ਤੇ ਕਾਫੀ ਉਹਨਾਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਆ ਜੀ। ਤੇ ਪਰ ਲੇਕਿਨ ਕਿ ਜਿਹੜੀ ਵੈਨ ਦੇ ਵਿੱਚ ਇਹ ਸਫ਼ਰ ਕਰ ਰਹੇ ਆ ਉਹਦੇ ਬਾਰੇ ਜਾਣੀ ਕਾਫੀ ਕਿੰਤੂ ਪ੍ਰੰਤੂ ਉੱਠ ਰਿਹਾ ਵੀ ਉਹਨੂੰ ਕਮਰਸ਼ੀਅਲ ਪਰਪਜ਼ ਵਾਸਤੇ ਰਾਈਡ ਦੇਣ ਵਾਸਤੇ ਜਾਣੀ ਬਿਟਵੀਨ ਮੌਂਟਰੀਅਲ ਤੇ ਟੋਰਾਂਟੋ ਜਿਹੜਾ ਕਿ ਬਰੈਂਪਟਨ ਨੇ ਯੂਜ਼ ਕੀਤਾ ਜਾਂਦਾ ਸੀਗਾ, ਕਮਰਸ਼ੀਅਲ ਪਰਪਜ਼ ਦੀ ਜਾਣੀ ਵਹੀਕਲ ਸੀਗੀ। ਤੇ ਉਸ ਕਿਸਮ ਦਾ ਸ਼ਾਇਦ ਉਹਨਾਂ ਕੋਲ ਹੋ ਸਕਦਾ ਵੀ ਲਾਇਸੈਂਸ ਨਾ ਹੋਵੇ, ਕਮਰਸ਼ੀਅਲ ਇੰਸ਼ੋਰੈਂਸ ਨਾ ਹੋਵੇ ਜੀ। ਜਿਹਦੇ ਕਰਕੇ ਵੀ ਕਈ ਜਿਹੜੀਆਂ ਟੈਕਨੀਕੈਲਿਟੀਜ਼ ਆ ਜਾਣੀ ਉਹ ਸਾਹਮਣੇ ਆਉਣਗੀਆਂ ਵੀ ਪਰਿਵਾਰ ਜਿਹੜੇ ਉਹ ਖਾਲੀ ਹੱਥ ਰਹਿ ਜਾਣਗੇ, ਮੌਤਾਂ ਭਾਵੇਂ ਹੋ ਗਈਆਂ ਤੇ ਜੇ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਉਹ ਪ੍ਰੋਪਰ ਨਾ ਹੋਈ। ਸੋ ਇਸ ਲਿਹਾਜ਼ ਨਾਲ ਇਹ ਹੈ ਜੀ ਵੀ ਆਪਾਂ ਜਦੋਂ ਥੋੜੇ ਸਮੇਂ ਦੇ ਬਾਰੇ ਚ ਸੋਚਦੇ ਹਾਂ ਨਾ, ਤੇ ਫਿਰ ਆਪਾਂ ਇਹ ਕਹਿੰਦੇ ਹਾਂ ਵੀ ਜਿਹੜਾ ਅਸੀਂ ਦਬੜੂ ਘੁਸੜੂ ਕਰ ਰਹੇ ਹਾਂ ਵੀ ਆਪਣੇ ਦਿਮਾਗ ਦੇ ਮੁਤਾਬਕ ਜਾਣੀ ਅਸੀਂ ਜਦੋਂ ਚੱਲਦੇ ਹਾਂ ਤੇ ਕਾਨੂੰਨ, ਲਾ, ਰੈਗੂਲੇਸ਼ਨ, ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਤੇ ਫਿਰ ਇਹੋ ਜਿਹੇ ਸਿੱਟੇ ਕਈ ਵਾਰੀ ਬੁਰੇ ਸਾਹਮਣੇ ਆਉਂਦੇ ਆ। ਜਦੋਂ ਸਾਨੂੰ ਕਿਤੇ ਜਾਣੀ ਕਿ ਵੀ ਇਹ ਇਲੀਗਲ ਕੰਮ ਹੋ ਰਿਹਾ ਹੋਵੇ ਪਰ ਸਾਨੂੰ ਉਹਦੇ ਵਿੱਚ ਫਾਇਦਾ ਹੋ ਰਿਹਾ ਹੋਵੇ ਤੇ ਅਕਸਰ ਆਪਾਂ ਫਿਰ ਕਹਿੰਦੇ ਵੀ ਇਹਦੇ ਵਿੱਚ ਮਾੜੀ ਗੱਲ ਕੋਈ ਨਹੀਂ ਜੀ। ਹੁਣ ਮਾੜੀ ਗੱਲ ਕੋਈ ਨਹੀਂ ਕਹਿੰਦਿਆਂ ਆਪਾਂ ਇੱਥੋਂ ਤੱਕ ਪਹੁੰਚੇ ਹੋਏ ਆ। ਮਤਲਬ ਮਾੜੀਆਂ ਗੱਲਾਂ ਨੂੰ ਕਿਉਂਕਿ ਸਾਡਾ ਉਹਦੇ ਵਿੱਚ ਫਾਇਦਾ ਹੋ ਰਿਹਾ, ਇਸ ਕਰਕੇ ਮਾੜੀ ਨਾ ਦੱਸਦੇ ਹੋਏ ਅਸੀਂ ਦੁਨੀਆ 'ਚ ਖਾਕ ਛਾਨਣ ਵਾਲੀ ਕੌਮ ਬਣੇ ਹੋਏ ਆ। ਹੁਣ ਥੋੜਾ ਜਿਹਾ ਭੈਣ ਭਰਾਵਾਂ ਨੂੰ ਦੱਸੀਏ ਵੀ ਮਾੜੀ ਗੱਲ ਹੁੰਦੀ ਕੀ ਹੈ, ਕਿਉਂਕਿ ਅਸੀਂ ਭੱਜ ਤੇ ਰਹੇ ਹਾਂ ਉਹ ਮੁਲਕ ਛੱਡ ਕੇ, ਤੇ ਨਾਲ ਹਜੇ ਅਸੀਂ ਸਮਝਿਆ ਨਹੀਂ ਵੀ ਮਾੜੀ ਗੱਲ ਹੁੰਦੀ ਕੀ ਹੈ। ਇਸ ਕਰਕੇ ਜਾਣੀ ਆਪਾਂ ਕਹੀ ਜਾਂਦੇ ਹੁੰਦੇ ਆ ਮਾੜੀ ਗੱਲ ਨੂੰ ਵੀ ਇਹ ਮਾੜੀ ਗੱਲ ਨਹੀਂ ਹੈ, ਕਿਉਂਕਿ ਅਸਲ 'ਚ ਸਾਨੂੰ ਪਤਾ ਹੀ ਨਹੀਂ ਵੀ ਮਾੜੀ ਗੱਲ ਹੁੰਦਾ ਕੀ ਆ। ਜੋ ਕੁਝ ਵੀ ਇਲਲੀਗਲ ਆਲੇ ਦੁਆਲੇ 'ਚ ਜਾਂ ਅਸੀਂ ਕਰ ਰਹੇ ਹਾਂ ਉਹ ਮਾੜੀ ਗੱਲ ਆ, ਉਹ ਮਾੜੀ ਗੱਲ ਆ, ਭਾਵੇਂ ਸਾਨੂੰ ਉਹਦੇ 'ਚ ਫਾਇਦਾ ਹੀ ਹੋ ਰਿਹਾ। ਹੁਣ ਅਸੀਂ ਟੋਰਾਂਟੋ ਤੋਂ ਮੌਂਟਰੀਅਲ ਜਾਣਾ ਹੋਵੇ, $100-125 ਦੀ ਟਿਕਟ ਲੈਣ ਦੀ ਬਜਾਏ ਸਾਨੂੰ ਕੋਈ ਕਵੇ ਵੀ ਆਹ ਬੈਠ ਗੱਡੀ 'ਚ, ਅੱਧੀ ਪਚੱਧੀ ਸੀਟ ਆ, 5 ਸੀਟਾਂ ਦੀ ਬਜਾਏ 7-8 ਅਸੀਂ ਤੁੰਨ ਲੈਣੇ ਆ ਤੇ ਲੱਗਣਗੇ $50 ਪਰ ਬੰਦਾ ਜੀ। ਤੇ ਅਸੀਂ ਕਹਿੰਦੇ ਵੀ ਇਹ 'ਚ ਫਾਇਦਾ ਸਾਡਾ, ਇਹ 'ਚ ਮਾੜੀ ਗੱਲ ਕੋਈ ਨਹੀਂ ਹੈ। ਤੇ ਹੁਣ ਮਾੜੀ ਹੋਏਗੀ ਕਿ ਨਹੀਂ ਫਿਰ? ਸੋ ਐਵਰੀਥਿੰਗ ਜਿਹੜੀ ਇਲੀਗਲ ਹੋ ਰਹੀ ਆ ਆਸ-ਪਾਸ ਦੇ ਵਿੱਚ ਜਾਂ ਆਪਣੇ ਵੱਲੋਂ ਕੀਤੀ ਜਾ ਰਹੀ ਆ ਉਹ ਮਾੜੀ ਗੱਲ ਆ, ਕਿਉਂਕਿ ਉੱਦਾਂ ਤੇ ਆਪਾਂ ਜਾਣੀ ਤਾਲਿਬਾਨੀ ਸੋਚ ਦੇ ਵਿੱਚ, ਅਫਗਾਨੀ ਸੋਚ ਦੇ ਵਿੱਚ ਬੰਦਾ ਵੱਢ ਕੇ ਵੀ ਕਹਿ ਦਿੰਦੇ ਆ ਵੀ ਮਾੜੀ ਗੱਲ ਨਹੀਂ ਆ ਕਿਉਂਕਿ ਬੰਦੇ ਦਾ ਕਸੂਰ ਸੀ। ਰਾਈਟ। ਤਾਲਿਬਾਨੀ ਸੋਚ, ਇਹ ਤਾਲਿਬਾਨੀ ਸੋਚ ਹੀ ਹੁੰਦੀ ਆ ਵੀ ਜਿਹਦੇ ਵਿੱਚ ਮੇਰਾ ਖੀਸਾ ਭਰੀ ਜਾ ਰਿਹਾ, ਇਸ ਕਰਕੇ ਕੋਈ ਮਾੜੀ ਗੱਲ ਨਹੀਂ ਆ ਵੀ ਤੇਰਾ ਫਾਇਦਾ ਹੋ ਰਿਹਾ, ਮੇਰਾ ਹੁਣ LMI ਖਰੀਦ ਰਹੇ ਆ, ਵੇਚ ਰਹੇ ਆ, ਉਹ ਵੇਚਣ ਵਾਲੇ ਕਹਿੰਦੇ ਜੀ ਮਦਦ ਕਰ ਰਹੇ ਆ, ਇਹ 'ਚ ਕੋਈ ਮਾੜੀ ਗੱਲ ਨਹੀਂ, ਮਦਦ ਕਰ ਰਹੇ ਆ ਜੀ। ਲੋਕ ਐਟ ਦੈਟ। ਮਤਲਬ ਇਹ ਜਿਹੜੀ ਤਾਲਿਬਾਨੀ ਸੋਚ ਹੈ ਨਾ ਸਾਡੀ, ਆਪਣੀ ਖੁਦਗਰਜ਼ੀ ਵੀ ਮੇਰਾ ਖੀਸਾ ਭਰ ਰਿਹਾ, ਤੇ ਜਿਹੜੇ ਬੰਦੇ ਨਾਲ ਜਾਣੀ ਕਿ ਮੈਂ ਇਹ ਪੈਸੇ ਲੈ ਕੇ ਇੱਦਾਂ ਦਾ ਮਤਲਬ ਕੈਨੇਡਾ ਦੇ ਵਿੱਚ ਘੁਣ ਵਧਾ ਰਿਹਾ, ਸਿਉਂਕ ਬਣ ਰਹੀਆਂ, ਤੇ ਉਹਦਾ ਫਾਇਦਾ ਹੋ ਰਿਹਾ। ਤੇ ਹੁਣ ਬਹੁਤ ਸਾਰੇ ਲੋਕ ਜਿਹੜੇ LMI ਖਰੀਦਣ ਵਾਲੇ ਤੇ ਵਾਲੀਆਂ, ਕੋਈ ਮਾੜੀ ਗੱਲ ਨਹੀਂ ਹੈ ਜੀ। ਜਿਹੜੇ ਉਹਨਾਂ ਦੇ ਟੱਬਰ ਵੀ ਆ
ਸਾਡੇ ਨਿਆਣਾ ਤੇ ਪੱਕਾ ਹੀ ਹੁਣ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਤੇ ਬਹਿ ਕੇ ਚਿੱਠੀਆਂ ਵੇਚ ਰਹੀਆਂ ਸੀਗੀਆਂ ਕਿ ਲੰਬੇ ਸਮੇਂ ਤੋਂ ਵੇਚ ਰਹੀਆਂ, ਉਹ ਅੱਜ ਕਿਹੜਾ ਕਹਿੰਦੇ ਵੀ ਅਸੀਂ ਨਹੀਂ ਵੇਚਦੇ। ਅੱਛਾ, ਹੁਣ ਜਿਹੜੇ ਉਹਦੇ ਤੇ ਚਿੱਠੀਆਂ ਲੈ ਕੇ ਪੱਕੇ ਹੋ ਰਹੇ ਤੇ ਹੋ ਰਹੀਆਂ, ਉਹ ਭਾਵੇਂ $1,00,000 ਦੀ ਉਹ ਚਿੱਠੀ ਵੇਚੀ ਆ, ਉਹ ਕਹਿ ਰਹੇ ਕੋਈ ਮਾੜੀ ਗੱਲ ਨਹੀਂ ਜੀ, ਕੋਈ ਮਾੜੀ ਗੱਲ ਨਹੀਂ ਜੀ। ਲੁੱਕ ਐਟ ਦੈਟ। ਸੋ ਵੀ ਜੇ ਅਸੀਂ ਮਾੜੀ ਗੱਲ ਨੂੰ ਮਾੜੀ ਨਾ ਕਹਿਣ ਦਾ ਕਲਚਰ ਦਿਮਾਗਾਂ 'ਚ ਪੱਕਾ ਰੱਖਿਆ ਹੋਇਆ, ਪੀੜ੍ਹੀ ਦਰ ਪੀੜ੍ਹੀ ਟਰਾਂਸਫਰ ਕਰ ਰਹੇ ਆ ਜੀ, ਤੇ ਖਾਕ ਵੀ ਤਾਂ ਹੀ ਛਾਂਟ ਰਹੇ ਸਾਰੀ ਦੁਨੀਆ ਤੇ। ਖਾਕ ਕਿਉਂ ਛਾੜ ਰਹੇ ਆ ਸਾਰੀ ਦੁਨੀਆ ਤੇ ਆਪਾਂ ਕੌਮ? ਕਿਉਂਕਿ ਅਸੀਂ ਮਾੜੀ ਗੱਲ ਨੂੰ ਮਾੜੀ ਮੰਨਦੇ ਹੀ ਨਹੀਂ। ਠੀਕ ਹੈ, ਜਿਹੜੀ ਗੱਲ ਮਾੜੀ ਆ ਉਹ ਬੰਦਾ ਵੱਢ ਦਿੱਤਾ ਤੇ ਮਾੜੀ ਗੱਲ ਥੋੜੋ ਆ, ਤਾਲਿਬਾਨੀ ਸੋਚ ਆ। ਸੋ ਇਸ ਕਰਕੇ ਇਹ ਆ ਜੀ ਪਈ ਨੰਬਰ 1 ਮੁਲਕ ਜਿਨ੍ਹਾਂ ਲੋਕਾਂ ਨੇ ਬਣਾਏ ਆ, ਉਹਨਾਂ ਦਾ ਕਿਰਦਾਰ ਇਹ ਨਹੀਂ ਰਿਹਾ ਵੀ ਉਹ ਇਲਲੀਗਲ ਕੰਮ ਨੂੰ ਕਹਿਣ ਵੀ ਇਹ ਮਾੜੀ ਗੱਲ ਨਹੀਂ ਹੈ ਜੀ। ਹਰ ਇਲੀਗਲ ਕੰਮ ਉਹ ਮਾੜੀ ਗੱਲ ਹੈ ਜੀ। ਜਿੰਨਾ ਚਿਰ ਇਹ ਖਾਨੇ 'ਚ ਗੱਲ ਨਹੀਂ ਪਊਗੀ ਉਨੇ ਚਿਰ ਮਾੜੀਆਂ ਘਟਨਾਵਾਂ ਏਦਾਂ ਚੱਲਦੀਆਂ ਰਹਿਣਗੀਆਂ ਜੀ ਜੀ ਜੀ। ਇਹ ਤਾਂ ਹੁਣ ਜਦੋਂ 7 ਜਣੇ ਵੈਨ 'ਚ ਤੂੜੇ ਜਾ ਰਹੇ ਤੇ ਜਾ ਰਹੀਆਂ, ਉਹਨਾਂ ਨੂੰ ਖੁਦ ਵੀ ਦਿਮਾਗ 'ਚ ਚਾਨਣ ਹੋਣਾ ਚਾਹੀਦਾ। ਜੇ ਉਹ ਇਸ ਗੱਲ ਨੂੰ ਮਾੜੀ ਸਮਝਣ ਵੀ ਮੈਂ ਚੱਲੂੰ ਬੱਸ ਟਰਮੀਨਲ ਤੇ ਉੱਥੋਂ ਆਪਣੀ ਬਕਾਇਦਾ ਲਊਂ ਟਿਕਟ ਤਾਂ ਕਿ ਮੈਂ ਵੀ ਸੇਫ ਰਵਾਂ, ਤੇ ਕੱਲ ਨੂੰ ਕੋਈ ਹਬੀ ਨਬੀ ਹੋਈ ਤੇ ਮੇਰਾ ਪਰਿਵਾਰ ਨਾ ਮਗਰੋਂ ਕੁਰਲਾਉਂਦਾ ਰਹਿ ਜੇ, ਮੈਂ $50 ਨਹੀਂ ਬਚਾਊਂ, ਹਨਾ। ਤੇ ਹੁਣ ਮਾੜੀ ਗੱਲ ਏ, ਮਾੜੇ ਧੰਦੇ ਕਰਨ ਵਾਲੇ ਤੇ ਵਾਲੀਆਂ ਦਾ ਹਲਵਾ ਮਾਂਡਾ ਤਦੇ ਹੀ ਚੱਲਦਾ ਕਿ ਉਹਨਾਂ ਕੋਲ ਗਾਹਕ ਹੈਗੇ ਆ। ਜੇ ਹੁਣ ਇਹ ਵੈਨਾਂ ਇਲੀਗਲ ਚੱਲ ਰਹੀਆਂ ਹੋਣਗੀਆਂ, ਕਿਉਂ ਚੱਲ ਰਹੀਆਂ ਵੀ ਉਹ ਲੰਬੇ ਸਮੇਂ ਤੋਂ? ਕਿਉਂਕਿ ਗਾਹਕ ਬਹੁਤ ਆ। ਗਾਹਕ ਨੂੰ ਵੀ ਕੋਈ ਗੱਲ ਨਹੀਂ ਵੀ ਮੇਰੇ ਪੈਸੇ ਬਚਦੇ, ਇਹ 'ਚ ਕੋਈ ਮਾੜੀ ਗੱਲ ਨਹੀਂ, ਤੇ ਇਹ ਧੰਦਾ ਕਰਨ ਵਾਲੀ ਨੂੰ ਵੀ ਲੱਗਦਾ ਵੀ ਇਹ 'ਚ ਕੋਈ ਮਾੜੀ ਗੱਲ ਨਹੀਂ, ਮੈਂ ਹਨਾ ਬਹੁਤ ਵਧੀਆ ਕੰਮ ਚੱਲ ਰਿਹਾ, ਕੀ ਲੋੜ ਆ ਮੈਨੂੰ ਲਾਇਸੈਂਸ ਲੈਣ ਦੀ, ਕੀ ਲੋੜ ਆ ਮੈਨੂੰ ਕਮਰਸ਼ੀਅਲ ਇੰਸ਼ੋਰੈਂਸ ਕਰਾਉਣ ਦੀ, ਕੀ ਲੋੜ ਆ ਮੈਨੂੰ ਖਰਚੇ ਜੀ ਤੂੰ ਜਾਊਂ। ਤੇ ਜੇ ਉਦਾਂ ਹੀ ਮੇਰੇ ਉਨੇ ਬਚੇ ਜਾ ਰਹੇ ਜਾਂ ਉਸ ਤੋਂ ਵੱਧ ਫਾਇਦਾ ਹੋਈ ਜਾ ਰਿਹਾ ਤੇ ਕੋਈ ਮਾੜੀ ਗੱਲ ਨਹੀਂ। ਸੋ ਇਸ ਕਰਕੇ ਜਿੰਨਾ ਚਿਰ ਅਸੀਂ ਮਾੜੀ ਗੱਲ ਨੂੰ ਮਾੜੀ ਨਹੀਂ ਕਹਿਣਾ ਤੇ ਫਿਰ ਤਬਾਹੀਆਂ ਲਈ ਵੀ ਤਿਆਰ ਰਹਿਣਾ ਚਾਹੀਦਾ। ਫਿਰ ਉਹ ਵੀ ਹੁਣ ਪਤਾ ਨਹੀਂ ਕਿ ਉਹ ਵੀ ਫਿਰ ਮਾੜੀ ਗੱਲ ਕਹਿਣਾ ਚਾਹੀਦਾ ਕਿ ਨਹੀਂ, ਹਨਾ ਜੀ। ਜੇ ਹੁਣ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਹਨਾ। ਇਲੀਗਲ ਕੰਮ ਨੂੰ ਅਸੀਂ ਕਹੀਏ ਵੀ ਕੋਈ ਮਾੜੀ ਗੱਲ ਨਹੀਂ। ਸੋ ਇਸ ਕਰਕੇ ਦਿਮਾਗਾਂ ਦੀ ਦਰੁਸਤੀ ਜ਼ਰੂਰੀ ਹੈ। ਹਰ ਪੁੱਠੇ ਕੰਮ ਨੂੰ ਆਪਾਂ ਕਹਿ ਦਿੰਦੇ ਵੀ ਇਹ 'ਚ ਕੋਈ ਗੱਲ ਨਹੀਂ, ਕਿਸੇ ਦਾ ਫਾਇਦਾ ਹੀ ਹੋ ਰਿਹਾ। ਤੇ ਫਿਰ ਕੈਨੇਡਾ ਇਸ ਕਰਕੇ ਨੰਬਰ 1 ਨਹੀਂ ਸੀ ਜਿੱਧਰ ਨੂੰ ਆਪਾਂ ਭੱਜ ਕੇ ਆਉਂਦੇ ਆ। ਮਤਲਬ ਕਿ ਜੇ ਸਾਡੇ ਦਿਮਾਗ ਵਿੱਚ ਇਹ ਕਿਤੇ ਅਜੇ ਗੱਲ ਵਸੀ ਹੋਈ ਆ ਵੀ ਅਸੀਂ ਇਲੀਗਲ ਕੰਮ ਨੂੰ ਕਹਿੰਦੇ ਵੀ ਇਹ ਮਾੜੀ ਗੱਲ ਨਹੀਂ, ਤਾਂ ਮਤਲਬ ਕਿ ਸਾਡੇ ਦਿਮਾਗ ਵਿੱਚ ਘੁਣ ਤੇ ਸਿਉਂਕ ਬਣਨ ਵਾਲਾ ਕਲਚਰ ਹੈ ਵੀ ਅਸੀਂ ਕੈਨੇਡਾ ਨੂੰ ਬਚਾਉਣ ਨਹੀਂ, ਇਹਨੂੰ ਬਰਬਾਦ ਕਰਨ ਆਏ ਆ। ਇਹ ਸੋਚ ਜਿਹੜਾ ਬੰਦਾ ਵਿਅਕਤੀ ਕਹੂਗਾ ਵੀ ਮਾੜੀ ਗੱਲ ਮਾੜੀ ਨਹੀਂ, ਮਤਲਬ ਕਿ ਉਹਨੇ ਕੈਨੇਡਾ ਨੂੰ ਬਰਬਾਦ ਕਰਨ ਦਾ ਪੂਰਾ ਤਹਈਆ ਕੀਤਾ ਹੋਇਆ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸਪ੍ਰੀਤ। ਆਲਰਾਈਟ ਜੌਲ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।